AIG ਦੇ ਮਾਮਲੇ ਦੀ, ਆਸ਼ੀਸ਼ ਕਪੂਰ ਦੇ ਮਾਮਲੇ ਦੀ। ਬੀਬੀ ਨੇ ਬੜੇ ਸੰਗੀਨ ਦੋਸ਼ ਲਾਏ, ਉਹ ਕਹਿੰਦੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਵੀ ਲਾਏ। ਹਾਲਾਂਕਿ ਵਿੱਚ ਕੰਸੈਂਟ ਦਾ ਵੀ ਜ਼ਿਕਰ ਆਉਂਦਾ ਰਿਹਾ ਇਸ ਮਾਮਲੇ ਦੇ ਵਿੱਚ। 1 ਕਰੋੜ ਰੁਪਈਏ ਦਾ ਜ਼ਿਕਰ ਆਇਆ ਕਿ ਬਈ ਇਹਨੇ ਸਾਡੇ ਤੋਂ ਲਿਆ। ਤੇ ਹੁਣ ਇਸੇ ਮਾਮਲੇ ਦੇ ਵਿੱਚ ਈਡੀ ਤੇ ਇਨਕਮ ਟੈਕਸ ਦੀ ਵੀ ਐਂਟਰੀ ਹੋ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਜਦੋਂ ਇਹ ਪਹਿਲੇ ਦਿਨ ਮਾਮਲਾ ਸਾਹਮਣੇ ਆਇਆ, ਖਾਸ ਕਰਕੇ ਕੈਪਟਨ ਦੀ ਸਰਕਾਰ ਸਮੇਂ ਇਹ ਮਾਮਲਾ ਸਾਹਮਣੇ ਆਇਆ ਸੀ। ਜੀ ਜੀ ਜੀ। ਉਸ ਸਮੇਂ ਜਦੋਂ ਮਤਲਬ IG ਕਪੂਰ ਤੈਨਾਤ ਸੀਗੇ ਤੇ ਉਹ ਬੀਬੀ ਨੂੰ ਜੇਲ੍ਹ ਚੋਂ, ਅੰਮ੍ਰਿਤਸਰ ਜੇਲ੍ਹ ਚੋਂ ਤਾਲਮੇਲ ਹੋਣਾ ਤੇ ਫਿਰ ਉਹਨੂੰ ਘੁਮਾਉਣਾ ਫਿਰਾਉਣਾ ਵੀ, ਉਹਦੇ ਨਾਂ ਤੇ ਸ਼ੋਪਿੰਗ ਕਰਾਉਣਾ ਵੀ, ਉਹਨੂੰ ਪੁਲਿਸ ਦੀਆਂ ਸਹੂਲਤਾਂ ਵੀ ਦੇਣੀਆਂ ਤੇ ਤੈਨੂੰ ਰਿਹਾ ਕਰਾਂਗੇ। ਬਾਅਦ ਚੋਂ ਕਹਿੰਦੇ ਜੀ ਕਰੋੜਾਂ ਹੜੱਪਣ ਦੇ ਲਈ ਉਹਨੂੰ ਝੂਠੇ ਕੇਸ 'ਚ ਫਸਾ ਲਿਆ ਜੀ। ਹੁਣ ਉਹ ਕਹਿੰਦੀ ਮੇਰੇ ਨਾਲ ਜੇਲ੍ਹ ਦੇ ਅੰਦਰ ਵੀ ਸ਼ੋਸ਼ਣ ਹੁੰਦਾ ਰਿਹਾ, ਜੇਲ੍ਹ ਦੇ ਬਾਹਰ ਵੀ ਸ਼ੋਸ਼ਣ ਹੁੰਦਾ ਰਿਹਾ, ਮੇਰੇ ਮਾਂ ਨੂੰ ਵੀ ਠੱਗ ਲਿਆ, ਉਹਨਾਂ ਨਾਲ ਵੀ ਠੱਗੀ ਕੀਤੀ। ਇਹਦੇ ਵਿੱਚ ਇੰਸਪੈਕਟਰ ਉਸ ਸਮੇਂ ਦਾ ਜ਼ੀਰਕਪੁਰ ਥਾਣੇ ਵਾਲਾ ਉਹ ਵੀ ਸ਼ਾਮਲ ਹੈ ਜੀ, ਜਿਹੜਾ ਅੱਜ ਕੱਲ੍ਹ DSP ਬਣ ਗਿਆ। 2 ਹੋਰ ਇੰਸਪੈਕਟਰਾਂ ਦੇ ਨਾਮ ਨੇ, ਇੱਕ ਅੱਜ ਕੱਲ੍ਹ ਉਹਨਾਂ 'ਚੋਂ ਵੀ DSP ਆ, ਕਹਿੰਦੇ ਉਹ ਵੀ ਵਿਦੇਸ਼ ਭੱਜ ਗਿਆ। ਅਤੇ ਦੂਆ ਜਿਹੜਾ ਇੰਸਪੈਕਟਰ ਤੋਂ DSP ਬਣਿਆ ਸੀ ਪਵਨ, ਉਹ ਅਜੇ ਹੱਥ ਨਹੀਂ ਆਇਆ। ਪਰ ਇਹ ਸਾਰਾ ਮਾਮਲਾ ਕੁੱਲ ਮਿਲਾ ਕੇ ਜਦੋਂ ਸਾਹਮਣੇ ਆਇਆ ਸੀ ਤਦ IG ਕਪੂਰ 2 ਮਾਮਲਿਆਂ 'ਚ ਕਰ ਰਹੇ ਸੀਗੇ। ਇੱਕ ਤਾਂ ਭਾਈ ਸ਼ੋਸ਼ਣ ਦਾ ਮਾਮਲਾ, ਸਰੀਰਕ ਸ਼ੋਸ਼ਣ ਦਾ, ਤੇ ਦੂਜਾ 1 ਕਰੋੜ ਦੀ ਵਸੂਲੀ ਦਾ ਮਾਮਲਾ, ਠੱਗੀ ਦਾ ਮਾਮਲਾ। ਸੋ ਇਸ ਪਹਿਲੂ ਤੋਂ ਜਾਂਚ ਸ਼ੁਰੂ ਹੋ ਕੇ ਕੈਪਟਨ ਸਰਕਾਰ ਦੇ ਸਮੇਂ ਕਿਸੇ ਸਮੇਂ ਇਹ ਜਾਂਚ ਕੁੰਵਰ ਵਿਜੇ ਪ੍ਰਤਾਪ ਦੇ ਹਵਾਲੇ ਸੀ ਤੇ ਕੁੰਵਰ ਵਿਜੇ ਪ੍ਰਤਾਪ ਨੇ ਇਹਨਾਂ ਮਾਮਲਿਆਂ 'ਚ ਇਹਨੂੰ ਇੱਕ ਤਰ੍ਹਾਂ ਨਾਲ ਆਪਣੀ ਜਾਂਚ 'ਚ ਦੋਸ਼ੀ ਕਰਾਰ ਦਿੱਤਾ ਸੀ। ਪਰ ਅਚਾਨਕ ਖੇਡ ਬਦਲਦੀ ਹੈ ਤੇ ਉੱਥੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾ ਕੇ ਹੋਰ ਅਫਸਰਾਂ ਨੂੰ ਲਾਇਆ ਜਾਂਦਾ ਤੇ IG ਕਪੂਰ ਜੀ ਦੀ ਫਾਈਲ ਅੱਗੇ ਨਹੀਂ ਤੁਰਦੀ। ਮੁੜ ਕੇ ਜਾਂਚ ਕਿਸੇ ਤਰ੍ਹਾਂ ਪਤਾ ਨਹੀਂ ਲੱਗਦੀ, ਅੱਗੇ ਕੋਈ ਕਾਰਵਾਈ ਨਹੀਂ ਹੁੰਦੀ। ਠੰਡੇ ਵਾਸਤੇ ਕਿਉਂ ਪਾਈ, ਕਿਹਦੇ ਇਸ਼ਾਰੇ ਤੇ ਪਾਈ, ਕੈਪਟਨ ਸਾਹਿਬ ਕਿਉਂ ਚੁੱਪ ਕੀਤੇ, ਕੀ ਮਜਬੂਰੀ ਸੀ ਜਾਂ ਕਿਹੜੀ ਹਿੱਸੇਦਾਰੀ ਸੀ? ਸੋ ਇਹ ਸਵਾਲ ਖੜਾ ਉੱਦਾਂ ਹੀ। ਤੇ ਉਸ ਤੋਂ ਬਾਅਦ ਹੁਣ ਜਦੋਂ ਸਰਕਾਰ ਬਦਲੀ ਤੇ ਵਿਜੀਲੈਂਸ ਨੂੰ ਸਾਰੀਆਂ ਫਾਈਲਾਂ ਖੋਲ੍ਹਣ ਲਈ ਕਿਹਾ ਗਿਆ ਤੇ ਉਹਨਾਂ 'ਚ IG ਕਪੂਰ ਵਾਲੀ ਫਾਈਲ ਵੀ ਖੁੱਲ੍ਹ ਗਈ। ਤੇ IG ਕਪੂਰ ਵਾਲੀ ਫਾਈਲ ਖੁੱਲੀ ਤਾਂ ਉਸ ਸਮੇਂ ਵੀ ਚਰਚਾ ਇਸੇ ਵੱਲ ਨਾਲ ਸਾਹਮਣੇ ਆਈ, ਸਰੀਰਕ ਸ਼ੋਸ਼ਣ ਤੋਂ ਲੈ ਕੇ 1 ਕਰੋੜ ਤੱਕ ਦੀ। ਤੇ ਮਾਮਲਾ ਵਿਜੀਲੈਂਸ ਨੇ ਜਦੋਂ ਪ੍ਰਵੀਨ ਜੀ ਫੋਲਣਾ ਸ਼ੁਰੂ ਕੀਤਾ ਕਿ 1 ਕਰੋੜ ਦੇ ਮਾਮਲੇ ਨੂੰ ਕਿਵੇਂ ਵਾਚਣਾ ਹੈ, ਉਹਦੇ ਲਈ ਦੀਆਂ ਜਾਇਦਾਦਾਂ ਦੀ ਜਦੋਂ ਉਹ ਫੀਤਾ ਲੈ ਕੇ ਮਿਣਤੀ ਟੰਤੀ ਵੀ ਵਿੱਚ ਕੀਤੀ ਕਿ ਭਾਈ ਜਾਂਚ ਤਾਂ ਕਰੀ 1 ਕਰੋੜ ਕਿੱਥੇ ਖਪਾਇਆ। ਜੀ ਜੀ। ਉਹ 1 ਕਰੋੜ ਲੱਭਣ ਤੁਰੇ ਸੀ, 15 ਕਰੋੜ ਦੀ ਪ੍ਰਾਪਰਟੀ ਲੱਭ ਗਈ। ਕੱਲੀ 15 ਕਰੋੜ ਦੀ ਪ੍ਰਾਪਰਟੀ ਨਹੀਂ ਲੱਭੀ, 1.5 ਕਿਲੋ ਤੋਂ ਵੱਧ ਸੋਨਾ ਤੇ ਡਾਇਮੰਡ ਦੇ ਗਹਿਣੇ ਲੱਭ ਗਏ ਜੀ। 1.5 ਕਿਲੋ ਤੋਂ ਵੱਧ ਜੀ। ਸੋ ਹੋਇਆ ਕੀ ਪ੍ਰਵੀਨ ਜੀ ਕਿ ਇਸ ਮਸਲੇ ਨੂੰ ਲੈ ਕੇ ਜਦੋਂ ਪੁਲਿਸ ਨੇ ਛਾਣਬੀਣ ਕੀਤੀ ਤਾਂ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਪਤਾ ਲੱਗਿਆ ਕਿ 88 ਸੈਕਟਰ ਦੇ ਵਿੱਚ, ਸੈਕਟਰ 88 ਜਿਹੜਾ ਚੰਡੀਗੜ੍ਹ ਮੋਹਾਲੀ ਹੁਣ ਇੱਕ ਟਰਾਈ ਸਿਟੀ ਵਜੋਂ ਜਾਣਿਆ ਜਾਂਦਾ, ਉੱਥੇ ਦੀ ਜਦੋਂ ਕੋਠੀ ਫਰੋਲੀ ਤਾਂ ਕਹਿੰਦੇ ਜੀ ਉਹ ਕੋਠੀ ਦੀ ਰਜਿਸਟਰੀ 88 ਲੱਖ 'ਚ ਕੀਤੀ ਹੋਈ ਆ। 88 ਸੈਕਟਰ ਦੀ ਕੋਠੀ, 88 ਲੱਖ ਦੀ ਰਜਿਸਟਰੀ। ਤੇ ਜਦੋਂ ਖੁੱਲੇ ਬਾਜ਼ਾਰ 'ਚ ਉਹਦਾ ਰੇਟ ਪਤਾ ਕੀਤਾ, ਕਹਿੰਦੇ ਜੀ 6 ਤੋਂ 8 ਕਰੋੜ ਰੇਟ ਬਣਦਾ ਇਹਦਾ। 6 ਤੋਂ 8 ਕਰੋੜ ਦੀ ਇੱਕ ਜਾਇਦਾਦ ਹੈ ਜੀ। ਜਿਹੀਆਂ 8 ਜਾਇਦਾਦਾਂ ਨੇ ਜਨਾਬ, ਤੇ 8 ਨਾਲ ਮੈਨੂੰ ਲੱਗਦਾ ਜ਼ਿਆਦਾ ਹੀ ਆਸ਼ੀਸ਼ ਕਪੂਰ ਜੀ ਦਾ ਪਿਆਰ ਹੈ। 88 ਸੈਕਟਰ, 88 ਮਤਲਬ ਕਿ ਲੱਖ ਦੀ ਰਜਿਸਟਰੀ ਤੇ 8 ਪ੍ਰਾਪਰਟੀਆਂ ਤੇ ਉਹਦੀ ਬਾਜ਼ਾਰ ਦੇ ਵਿੱਚ ਕੀਮਤ ਵੀ ਕਹਿੰਦੇ 8 ਕਰੋੜ ਹੈ ਇੱਕ ਕੱਲੀ ਕੋਠੀ ਦੀ। ਉਹ ਸੋ 8 ਪ੍ਰਾਪਰਟੀਆਂ ਲੱਭੀਆਂ 15 ਕਰੋੜ ਦੀਆਂ, ਜਿਹਦੇ ਵਿੱਚੋਂ ਚੰਡੀਗੜ੍ਹ 'ਚ ਹੈ, ਜਿਹਦੇ ਵਿੱਚੋਂ ਮੋਹਾਲੀ 'ਚ ਹੈ, ਜਿਹਦੇ ਵਿੱਚ ਜ਼ੀਰਕਪੁਰ 'ਚ ਹੈ, ਜਿਹਦੇ ਵਿੱਚ ਪਟਿਆਲੇ 'ਚ ਹੈ ਤੇ ਹੋਰ ਕੁਝ ਥਾਵਾਂ ਤੇ ਵੀ ਦੱਸੀ ਜਾਂਦੀ, ਲਹਿਰਾ ਗਾਗਾ 'ਚ ਵੀ ਦੱਸੀ ਜਾਂਦੀ ਹੈ। ਸੋ ਇਹਨਾਂ ਥਾਵਾਂ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਲੱਭੀਆਂ ਤੇ ਜਨਾਬ ਦੀ ਉਹਦੀ ਕੀਮਤ 15 ਕਰੋੜ ਬਣਦੀ ਹੈ। ਤੇ ਇਸ ਨੂੰ ਲੈ ਕੇ ਵਿਜੀਲੈਂਸ ਨੇ ਜਦੋਂ ਦੇਖਿਆ ਕਿ ਉਹ ਤੋਂ ਬਾਅਦ ਇਹਨਾਂ ਦਾ ਲੋਕਰ ਖੋਲਿਆ। ਹੁਣ ਇਹ ਲੋਕਰ ਦੇ ਵਿੱਚ ਵੀ ਉਹ ਬੀਬੀ ਦਾ ਮਾਮਲਾ ਨਾਲ ਜੁੜਿਆ। ਉਹ ਬੀਬੀ ਕਹਿੰਦੀ ਪਹਿਲਾਂ ਮੈਨੂੰ ਨਾਲ ਜਾ ਕੇ ਖੋਲਿਆ ਸੀਗਾ ਮੇਰੇ ਨਾਂ ਤੇ, ਉਹ ਕਹਿੰਦਾ ਨਾ ਮੈਂ ਤਾਂ ਆਪਣੇ ਕ੍ਰੈਡਿਟ ਕਾਰਡ ਤੋਂ ਗਹਿਣੇ ਖਰੀਦੇ ਹੋਏ ਨੇ। ਤੇ ਬੀਬੀ ਨੇ ਚੱਕ ਕੇ ਬਿੱਲ ਦੇ ਤੇ ਕਹਿੰਦੀ ਆ ਚੱਕੋ ਬਿੱਲ ਸਾਰੇ, ਗਹਿਣਿਆਂ ਦੀ ਵਸੂਲੀ ਵੀ ਕਿਤੋਂ ਕਰਾਈ ਹੈ, ਕਿਤੋਂ ਖਰੀਦਦਾਰੀ ਹੋਈ ਹੈ, ਕਿਤੋਂ ਆ ਚੱਕੋ। ਸੋ ਉਹਨੇ ਦੱਸਿਆ ਸੀਗਾ ਕਿ 1.5 ਕਿਲੋ ਦੇ ਗਹਿਣੇ ਨੇ ਤੇ ਹੁਣ 1.25 ਕਿਲੋ ਤੋਂ ਵੱਧ ਸੋਨਾ ਤੇ ਬਾਕੀ ਡਾਇਮੰਡ ਦੇ ਗਹਿਣੇ ਉਸ ਲੋਕਰ ਦੇ ਵਿੱਚੋਂ ਬਰਾਮਦ ਹੋ ਗਏ ਨੇ, ਜਿਹੜਾ ਲੋਕਰ ਤੋੜਿਆ ਗਿਆ ਪ੍ਰਾਈਵੇਟ ਬੈਂਕ 'ਚ, ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਬੈਂਕ 'ਚ ਲੋਕਰ ਸੀਗਾ। ਸੋ 1.5 ਕਿਲੋ ਤੋਂ ਵੱਧ ਸੋਨੇ ਤੇ ਡਾਇਮੰਡ ਦੇ ਗਹਿਣਿਆਂ ਦਾ ਮਿਲਣਾ, 15 ਕਰੋੜ ਦੀ ਪ੍ਰਾਪਰਟੀ ਦਾ ਮਿਲਣਾ ਤੇ 8 ਥਾਵਾਂ ਦੇ ਪ੍ਰਾਪਰਟੀ ਦਾ ਮਿਲਣਾ। ਇਹਦੇ ਨਾਲ ਹੁਣ ਵਿਜੀਲੈਂਸ ਕਹਿੰਦਾ ਜੀ ਹੁਣ ਦਾਇਰਾ ਵੱਡਾ ਹੋ ਗਿਆ ਤੇ ਇਹਦੇ ਵਿੱਚ ਹੁਣ ਇਨਕਮ ਟੈਕਸ ਨੂੰ ਦਸਤਾਵੇਜ਼ ਭੇਜ ਦਿੱਤੇ ਗਏ ਨੇ, ਈਡੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸੋ ਕਿਸੇ ਵੀ ਸਮੇਂ ਇਸ ਪਹਿਲੂ ਤੋਂ ਹੁਣ ਇਹ ਮਾਮਲਾ ਟੇਕ ਓਵਰ ਕਰ ਸਕਦੀ ਹੈ ਵਿਜੀਲੈਂਸ ਤੋਂ ਈਡੀ ਤੇ ਇਨਕਮ ਟੈਕਸ। ਸੋ ਉਸ ਨੂੰ ਲੈ ਕੇ ਜੇਕਰ ਇਹ ਦਾਇਰਾ ਵੱਧ ਹੈ ਤਾਂ ਇਹਦਾ ਮਤਲਬ ਕਿ ਹੁਣ IG ਕਪੂਰ ਦੀ ਜਾਨ ਛੁੱਟਣੀ ਸਖਾਲੀ ਨਹੀਂ ਹੈ। ਸੋ ਇਹ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਪੁਲਿਸ ਕਿਹੋ ਜਿਹੇ ਕੰਮਾਂ 'ਚ ਇਨਵੋਲਵ ਹੁੰਦੀ ਜਾ ਰਹੀ ਹੈ। IG ਕਪੂਰ ਦਾ ਮਾਮਲਾ,
ਹਾਲ ਹੀ 'ਚ ਪ੍ਰਿਤਪਾਲ ਵਾਲਾ ਮਾਮਲਾ ਹੈ, ਉੱਧਰ ਹੁਣ ਗੋਬਿੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਸਹਾਇਕ ਸੁਪਰਡੈਂਟ ਵਾਲਾ ਮਾਮਲਾ, ਉਹ ਕਹਿੰਦਾ ਕਿ ਅੰਦਰ ਇਹ ਸਾਰਾ VIP ਪਣਾ ਉਪਲਬਧ ਕਰਾਈ ਜਾਂਦਾ ਸੀ ਹਵਾਲਾਤੀਆਂ ਨੂੰ, ਸਾਰੀਆਂ ਸਹੂਲਤਾਂ, ਗੱਦਾ, ਬੈੱਡ, ਫੋਨ, ਇੰਟਰਨੈਟ, ਖਾਣ ਦਾ ਆਰਡਰ, ਆਨਲਾਈਨ ਆਰਡਰ ਦੇ ਕੇ ਮੰਗਾ ਕੇ ਉਹਨਾਂ ਲਈ ਖਾਣੇ, ਸੋ ਸਾਰਾ ਕੁਛ। ਸੋ ਹੁਣ ਕਹਿੰਦੇ ਉਹ ਵੀ ਗ੍ਰਿਫਤਾਰ ਕਰ ਲਿਆ। ਸੋ ਇਸ ਲਈ ਪੰਜਾਬ ਪੁਲਿਸ ਆਪਣਾ ਅਕਸ ਆਪਣੇ ਆਪ ਹੀ ਇੰਨਾ ਕਮਜ਼ੋਰ ਤੇ ਗੰਦਲਾ ਕਰੀ ਜਾ ਰਹੀ ਆ ਕਿ ਲੋਕਾਂ ਦਾ ਭਰੋਸਾ ਜਦੋਂ ਬਣਨ ਵੀ ਲੱਗਦਾ ਤਾਂ ਫਿਰ ਦੁਬਾਰਾ ਜ਼ੀਰੋ ਤੇ ਆ ਜਾਂਦਾ। ਸੋ ਇਸ ਲਈ IG ਕਪੂਰ ਤੋਂ ਲੈ ਕੇ ਪ੍ਰਿਤਪਾਲ ਤੋਂ ਲੈ ਕੇ ਹੁਣ ਗੋਬਿੰਦਵਾਲ ਦਾ ਜਿਹੜਾ ਸੁਪਰਡੈਂਟ, ਇਹ ਸਾਰੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਪੰਜਾਬ ਪੁਲਿਸ ਦੇ ਅਕਸ ਨੂੰ ਵੱਡੀ ਢਾਲ ਆਈ ਹੈ ਭਾਜੀ।